ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬਾਬਾ ਸ਼੍ਰੀ ਚੰਦ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਦੋਂ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜਦ ਤਲਵੰਡੀ ਗਏ ਸੀ, ਉਹਨਾਂ ਦਿਨਾਂ ਦੇ ਵਿੱਚ 1 ਸਾਲ ਤਲਵੰਡੀ ਰਹੇ ਸੀ ਅਤੇ ਤਲਵੰਡੀ ਤੋਂ ਪੋਖੋਕੇ ਪਿੰਡ ਜਿਹੜਾ ਹੈਗਾ ਉਹ 80 ਕਿਲੋਮੀਟਰ ਦੂਰ ਆ। ਇਸ ਕਰਕੇ 1 ਸਾਲ ਦੀ ਵਾਪਸੀ ਤੋਂ ਬਾਅਦ ਜਦ ਇਹਨਾਂ ਦੇ ਨਾਨਾ ਜੀ ਮੂਲ ਚੰਦ ਇਹ ਤਲਵੰਡੀ ਪਹੁੰਚੇ ਸੀਗੇ ਅਤੇ ਇਹਨਾਂ ਨੇ ਬਾਬਾ ਕਲਿਆਣ ਦਾਸ ਜੀ ਦੇ ਪਾਸ ਕੁਛ ਦਿਨ ਬਿਤਾਏ। ਉਸ ਤੋਂ ਬਾਅਦ ਫਿਰ ਆਪਣੇ ਦੋਨੇ ਦੋਤਿਆਂ ਨੂੰ ਨਾਲ ਲੈ ਕੇ ਫਿਰ ਇਹ ਪੋਖੋਕੇ ਵਾਪਸ ਆਏ ਸੀ। ਜਦ ਦੁਬਾਰਾ 1 ਸਾਲ ਬਾਅਦ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਪੋਖੋਕੇ ਪਹੁੰਚੇ ਸੀਗੇ ਅਤੇ ਮਾਤਾ ਸੁਲੱਖਣੀ ਜੀ ਦੇ ਕਾਲਜੇ ਬੜੀ ਠੰਡ ਪਈ ਇਹਨਾਂ ਨੂੰ ਦੇਖ ਕੇ, ਅਤੇ ਮਾਤਾ ਜੀ ਫੁੱਲੇ ਨਹੀਂ ਸੀ ਸਮਾਉਂਦੇ, ਕਿਉਂਕਿ ਸਿਰ ਦੇ ਸਾਈਂ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀਗੇ ਉਹਨਾਂ ਨੂੰ 4 ਸਾਲ ਹੋ ਗਏ ਸੀਗੇ ਮਾਤਾ ਜੀ ਤੋਂ ਵਿਛੜਿਆਂ ਨੂੰ। ਇਸ ਕਰਕੇ ਮਾਤਾ ਜੀ ਜਿਹੜੇ ਸੀਗੇ ਉਹ ਆਪਣਾ ਜਿਹੜਾ ਮਨ ਸੀਗਾ ਇਹਨਾਂ ਦੋਨਾਂ ਬੱਚਿਆਂ ਦੇ ਨੂੰ ਦੇਖ ਕੇ ਪਰਚਾਉਂਦੇ ਰਹੇ ਸੀ। ਪਰ ਅਸਲ ਦੇ ਵਿੱਚ ਕੀ ਸੀਗਾ ਕਿ ਇਹਨਾਂ ਦੇ ਦਾਦਾ ਦਾਦੀ ਜੀ ਉਹ ਵੀ ਬਾਬੇ ਨਾਨਕ ਤੋਂ ਇੰਨੇ ਸਾਲ ਦੂਰ ਰਹੇ ਆ, ਬੇਬੇ ਨਾਨਕੀ ਵੀ ਦੂਰ ਰਹੇ ਆ। ਸੋ ਸਾਰਿਆਂ ਦੇ ਜਿਹੜੇ ਹਿਰਦੇ ਸੀਗੇ ਹੁਣ ਬੱਚਿਆਂ ਦੇ ਵੱਲ ਜ਼ਿਆਦਾ ਧਿਆਨ ਦੇ ਵਿੱਚ ਮਗਨ ਰਹਿੰਦੇ ਸੀਗੇ। ਪਰ ਹੁਣ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀ ਉਹ ਵਾਪਸ ਜਦ ਪੋਖੋਕੇ ਆਏ, ਇੱਥੇ ਆ ਕੇ ਦੁਬਾਰਾ ਫਿਰ ਰੌਣਕਾਂ ਲੱਗੀਆਂ। ਜਦ ਰੌਣਕਾਂ ਲੱਗੀਆਂ ਤਾਂ ਬਾਬਾ ਸ਼੍ਰੀ ਚੰਦ ਜੀ ਦਾ ਉਹੀ ਸੁਭਾਅ ਕਿ ਭਾਈ ਕਮਲੀਆ ਜੀ ਨੂੰ ਨਾਲ ਲੈ ਕੇ ਬਾਹਰ ਚਲੇ ਜਾਣਾ, ਕਿਸੇ ਇਕਾਂਤ ਜਗ੍ਹਾ 'ਤੇ ਬੈਠ ਕੇ ਚੌਂਕੜਾ ਮਾਰ ਲੈਣਾ ਅਤੇ ਉੱਥੇ ਬੰਦਗੀ ਸ਼ੁਰੂ ਕਰ ਦੇਣੀ। ਜਦ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਦੁਬਾਰਾ ਉਹਨਾਂ ਨੇ ਆਪਣੀ ਸਮਾਧੀ ਜਿਹੜੀ ਸੀ ਉਹ ਦੁਬਾਰਾ ਇੱਥੇ ਚਾਲੂ ਕਰ ਦਿੱਤੀ। ਅਤੇ ਇੱਕ ਦਿਨ ਮਾਤਾ ਸੁਲੱਖਣੀ ਜੀ ਦੇ ਮਨ ਦੇ ਵਿੱਚ ਆਇਆ ਕਿ ਅਸੀਂ ਤਾਂ ਘਰ ਦੇ ਵਿੱਚ ਖਾ ਪੀ ਕੇ ਟਾਈਮ ਦੇ ਨਾਲ ਆਰਾਮ ਵੀ ਕਰ ਲੈਂਦੇ ਹਾਂ, ਆਏ ਗਏ ਕੋਈ ਵੀ ਜਿਹੜੇ ਆਂਢੀ ਗੁਆਂਢੀ ਉਹਨਾਂ ਨਾਲ ਗੱਪਸ਼ੱਪ ਮਾਰਦੇ ਹਾਂ, ਪਰ ਬਾਬਾ ਸ਼੍ਰੀ ਚੰਦ ਜੀ ਨਾ ਕਿਸੇ ਨਾਲ ਬੋਲਦੇ ਆ, ਨਾ ਕੁਛ ਖਾਂਦੇ ਪੀਂਦੇ ਆ, ਇਹ ਬਾਹਰ ਹੀ ਭੁੱਖੇ ਧਿਆਏ ਜਿਹੜੇ ਆ ਉਹ ਬੈਠੇ ਰਹਿੰਦੇ ਆ। ਅਤੇ ਇਸ ਕਰਕੇ ਮਾਤਾ ਦਾ ਜਿਹੜਾ ਕਾਲਜਾ ਸੀਗਾ ਉਹ ਕਾਲਜਾ ਚੀਰਿਆ ਜਾਂਦਾ ਸੀਗਾ ਬਾਬਾ ਸ਼੍ਰੀ ਚੰਦ ਨੂੰ ਇਸ ਤਰ੍ਹਾਂ ਭਜਨ ਬੰਦਗੀ ਕਰਦੇ ਆ। ਇੱਕ ਦਿਨ ਮਾਤਾ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਖਿਆ ਕਿ ਤੁਸੀਂ ਬਾਹਰ ਜਾਂਦੇ, ਅਸੀਂ ਤੁਹਾਡੇ ਵਾਸਤੇ ਘਰ ਦੇ ਵਿੱਚ ਖੁੱਲ੍ਹਾ ਕਮਰਾ ਬਣਾ ਰੱਖਿਆ ਹੈਗਾ, ਤੁਸੀਂ ਇਸ ਕੋਠੜੀ 'ਚ ਬੈਠ ਕੇ ਕਿਉਂ ਨਹੀਂ ਭਜਨ ਕਰਦੇ। ਜਦ ਇਸ ਤਰ੍ਹਾਂ ਦੀ ਵਿਚਾਰ ਹੋਈ ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਮਾਤਾ ਗੱਲ ਤਾਂ ਤੁਹਾਡੀ ਠੀਕ ਹੈ, ਪਰਮੇਸ਼ਰ ਅੰਦਰ ਵੀ ਹੈ ਅਤੇ ਬਾਹਰ ਜੰਗਲਾਂ ਵਿੱਚ ਵੀ ਬੈਠਾ ਹੈਗਾ, ਪਰ ਅਸਲ ਦੇ ਵਿੱਚ ਕੀ ਆ ਕਿ ਮੈਨੂੰ ਥੋੜ੍ਹੀ ਜਿਹੀ ਇਕਾਂਤ ਚਾਹੀਦੀ ਆ। ਉਹ ਇਕਾਂਤ ਜਿਹੜੀ ਆ ਬਾਹਰ ਜੰਗਲ ਬੀਆਬਾਨਾਂ 'ਚ ਮਿਲਦੀ ਆ, ਉਸ ਇਕਾਂਤ ਦੇ ਵਿੱਚ ਜੋ ਸਕੂਨ ਆਉਂਦਾ ਹੈਗਾ ਨਾ ਉਹ ਘਰ ਦੀ ਕੋਠੜੀ ਵਿੱਚ ਨਹੀਂ ਆਉਂਦਾ, ਕਿਉਂਕਿ ਘਰ ਦੇ ਵਿੱਚ ਆਂਢ ਗੁਆਂਢ ਜਾਂ ਕੋਈ ਵੀ ਜਿਹੜਾ ਹੋਰ ਪ੍ਰਾਣੀ ਹੈਗਾ ਉਹ ਆਇਆ ਗਿਆ ਰਹਿੰਦਾ ਹੈ, ਔਰਤਾਂ ਉੱਚੀ ਉੱਚੀ ਗੱਲਾਂ ਕਰਦੀਆਂ, ਸੋ ਉਹਨਾਂ ਦੀ ਆਵਾਜ਼ਾਂ ਸਾਡੀ ਕੋਠੜੀ ਵਿੱਚ ਆਉਂਦੀਆਂ ਹੈ। ਇਸ ਕਰਕੇ ਸਾਡੀ ਜਿਹੜੀ ਸਮਾਧੀ ਇਹਦੇ ਵਿੱਚ ਵਿਘਨ ਪੈਂਦਾ ਰਹਿੰਦਾ ਹੈ। ਇਹ ਤੱਕ ਜਦ ਵਿਚਾਰਾਂ ਹੋਈਆਂ ਅਤੇ ਮਾਤਾ ਜੀ ਕਹਿਣ ਲੱਗੇ ਚੱਲ ਠੀਕ ਆ, ਅਸੀਂ ਇਸ ਤਰ੍ਹਾਂ ਕਰਾਂਗੇ ਕਿ ਆਪਣੀ ਬੈਠਕ ਬਦਲ ਲੈਂਦੇ ਹਾਂ, ਬਾਹਰਲੇ ਪਾਸੇ ਬੈਠ ਜਾ ਕਰਾਂਗੇ। ਪਰ ਬਾਬਾ ਜੀ ਕਹਿਣ ਲੱਗੇ ਨਹੀਂ, ਅਸੀਂ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਤਕਲੀਫ ਨਹੀਂ ਦੇਣੀ। ਹਾਂ, ਇਹ ਠੀਕ ਹੈ ਕਿ ਅਸੀਂ ਰਾਤ ਨੂੰ ਕੋਠੜੀ 'ਚ ਬਹਿ ਜਾ ਕਰਾਂਗੇ, ਅਤੇ ਫਿਰ ਦਿਨੇ ਜਿਹੜਾ ਹੈ ਜਦ ਅਸੀਂ ਸੈਰ ਵੀ ਕਰਨ ਜਾਣਾ ਹੈ ਅਤੇ ਉਸ ਟਾਈਮ ਫਿਰ ਅਸੀਂ ਕੁਛ ਟਾਈਮ ਬਾਹਰ ਜੰਗਲ ਇਕਾਂਤ ਬੀਆਬਾਨ ਵਿੱਚ ਬੈਠ ਕੇ ਸਮਾਧੀ ਲਾ ਕੇ ਇਹ ਸਾਨੂੰ ਜਿਹੜਾ ਜਾਗ ਲਗਾ ਦਿੱਤਾ ਸਾਡੇ ਪਿਤਾ ਗੁਰਦੇਵ ਜੀ ਨੇ ਲਾਇਆ ਹੈਗਾ। ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਉਸ ਤੋਂ ਬਾਅਦ ਫਿਰ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਕਿ ਹਾਂ ਪੁੱਤਰ, ਤੁਸੀਂ ਤਾਂ ਭੁੱਖੇ ਧਿਆਏ ਬੈਠੇ ਰਹਿੰਦੇ ਹੋ, ਪਰ ਮੈਂ ਤਾਂ ਸਾਰਾ ਖਾ ਪੀ ਕੇ ਰੋਟੀ ਪਾਣੀ ਖਾ ਕੇ ਘਰ ਦੇ ਵਿੱਚ ਆਰਾਮ ਨਾਲ ਬਹਿੰਦੀ ਹਾਂ, ਮੇਰੇ ਕਾਲਜੇ ਨੂੰ ਕਿਵੇਂ ਠੰਡ ਪਵੇ। ਜਦ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਮਾਤਾ ਜੀ ਦੇ ਪਾਸੇ ਭੇਤ ਖੋਲ੍ਹਿਆ। ਕਹਿਣ ਲੱਗੇ ਮਾਤਾ ਜੀ, ਜਦੋਂ ਮੈਂ ਛੋਟਾ ਹੁੰਦਾ ਆਪਣੇ ਪਿਤਾ ਜੀ ਦੇ ਨਾਲ ਮੋਦੀਖਾਨੇ ਬੈਠਾ ਹੁੰਦਾ ਸੀ ਅਤੇ ਮੈਂ ਉੱਥੇ ਰਾਤ ਨੂੰ ਸੌਂ ਜਾਂਦਾ ਸੀ। ਮੈਂ ਦੇਖਦਾ ਸੀਗਾ ਕਿ ਪਿਤਾ ਜੀ ਜਿਹੜੇ ਸੀ ਉਹ 12 ਵਜੇ ਤਕਰੀਬਨ ਉੱਠ ਕੇ ਬੈਠ ਜਾਂਦੇ ਸੀ, ਬਾਹਰ ਬਹੀਂ 'ਤੇ ਇਸ਼ਨਾਨ ਕਰਨ ਚਲੇ ਜਾਂਦੇ ਸੀ, ਫਿਰ ਨਿਰੰਕਾਰ ਦੀ ਯਾਦ ਦੇ ਵਿੱਚ ਚੌਂਕੜਾ ਲਾ ਕੇ ਬਹਿ ਜਾਂਦੇ ਸੀਗੇ। ਇਸ ਤਰ੍ਹਾਂ ਮੈਂ ਉਹਨਾਂ ਨੂੰ ਬੈਠਦਿਆਂ ਦੇਖਦੇ ਸਾਰੀ ਇਹ ਜਿਹੜੀ ਸੀਗੀ ਲਗਨ ਮੈਨੂੰ ਵੀ ਲੱਗ ਗਈ ਅਤੇ ਮੈਂ ਵੀ ਰਾਤ ਨੂੰ ਉੱਠ ਕੇ ਬੈਠਣ ਲੱਗ ਪਿਆ। ਹੁਣ ਤਾਂ ਲਗਨ ਐਸੀ ਪੱਕੀ ਹੋ ਗਈ ਕਿ ਬਸ ਮੇਰਾ ਜਿਹੜਾ ਧਿਆਨ ਉਹ ਕੇਵਲ ਸਮਾਧੀ ਦੇ ਨਾਮ ਜਪ ਦੇ ਵਿੱਚ ਰਹਿੰਦਾ ਹੈਗਾ। ਅਤੇ ਇਸ ਤਰ੍ਹਾਂ ਪਿਤਾ ਜੀ ਨੇ ਜਦ ਮੈਨੂੰ ਇਸ ਤਰ੍ਹਾਂ ਸ਼ੌਂਕ ਦੇ ਵਿੱਚ ਸਮਾਧੀ ਲਾਉਂਦਿਆਂ ਤੱਕਿਆ ਸੀਗਾ, ਫਿਰ ਉਹਨਾਂ ਨੇ ਮੈਨੂੰ ਮੰਤਰ ਦੇ ਦਿੱਤਾ ਸੀਗਾ। ਫਿਰ ਮੈਨੂੰ ਕਿਹਾ ਸੀਗਾ ਕਿ ਇਸ ਮੰਤਰ ਦਾ ਜਾਪ ਕਰਿਆ ਕਰ। ਕਹਿੰਦੇ ਵੀ ਜਿਉਂ ਮੈਂ ਉਹ ਮੰਤਰ ਦਾ ਜਾਪ ਕਰਨ ਲੱਗਾ ਤਿਉਂ ਤੋਂ ਮੇਰਾ ਜਿਹੜਾ ਆਨੰਦ ਸੀਗਾ ਵਧਣ ਲੱਗਾ। ਮੈਨੂੰ ਸੰਸਾਰੀ ਖੇਡਾਂ
ਜਾਂ ਹੋਰ ਖਾਣ ਪੀਣ ਦੇ ਇਹ ਸਾਰੀਆਂ ਜਿਹੜੀਆਂ ਵਸਤਾਂ ਹੈਗੀਆਂ ਹੁਣ ਚੰਗੀਆਂ ਨਹੀਂ ਲੱਗਦੀਆਂ। ਕੇਵਲ ਸਮਾਧੀ ਵਿੱਚ ਬੈਠਣਾ ਹੀ ਮੈਨੂੰ ਸਭ ਤੋਂ ਅਤਿ ਪ੍ਰਿਯ ਲੱਗਦਾ ਹੈਗਾ। ਅਤੇ ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਦੱਸਿਆ ਸੀਗਾ ਕਿ ਪਿਤਾ ਜੀ ਨੇ ਸਮੇਂ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਸਿਖਾਲੀਆਂ ਸੀਗਾ ਕਿ ਕਿਸ ਤਰ੍ਹਾਂ ਬੰਦਗੀ ਕਰਨੀ ਆ, ਕਿਸ ਤਰ੍ਹਾਂ ਉੱਠਣਾ ਬਹਿਣਾ ਹੈਗਾ ਅਤੇ ਕਿਸ ਤਰ੍ਹਾਂ ਭਜਨ ਸਿਮਰਨ ਕਰਨਾ ਹੈ। ਇਹ ਤਾਦਿਕ ਸਾਰੀਆਂ ਚੀਜ਼ਾਂ ਤਾਂ ਮੈਂ ਬਚਪਨ 'ਚ ਸਿੱਖ ਲਈਆਂ। ਜਦ ਇਸ ਤਰ੍ਹਾਂ ਦੀਆਂ ਥੋੜ੍ਹੀ ਵਿਚਾਰ ਚਰਚਾ ਬਾਬਾ ਸ਼੍ਰੀ ਚੰਦ ਜੀ ਨੇ ਕੀਤੀ ਅਤੇ ਮਾਤਾ ਜੀ ਬਾਬਾ ਸ਼੍ਰੀ ਚੰਦ ਜੀ ਦੇ ਮੁਖੜੇ ਵੱਲ ਦੇਖਦੇ ਰਹੇ। ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ, ਕਹਿਣ ਲੱਗੇ, ਮਾਤਾ ਜੀ ਤੁਸੀਂ ਮੇਰਾ ਬਹੁਤਾ ਫਿਕਰ ਨਾ ਕਰਿਆ ਕਰੋ, ਕਿਉਂਕਿ ਜਦੋਂ ਮੈਂ ਸਮਾਧੀ ਵਿੱਚ ਬੈਠ ਜਾਂਦਾ ਹੈਗਾ ਫਿਰ ਮੈਨੂੰ ਭੁੱਖ ਪਿਆਸ ਤ੍ਰੇਹ ਇਸ ਤਰ੍ਹਾਂ ਕੁਛ ਨਹੀਂ ਲੱਗਦੀ ਹੈਗੀ। ਤੁਸੀਂ ਇਸ ਤਰ੍ਹਾਂ ਦਾ ਚਿੰਤਾ ਨਾ ਕਰਿਆ ਕਰੋ। ਇੱਥੋਂ ਤੱਕ ਕਿ ਮੈਨੂੰ ਸਰੀਰ ਦੀ ਵੀ ਸੁੱਧ ਬੁੱਧ ਨਹੀਂ ਰਹਿੰਦੀ ਹੈ। ਅਤੇ ਉਹ ਜਿਹੜਾ ਆਨੰਦ ਆ ਸਮਾਧੀ ਵਿੱਚ ਬੈਠਿਆਂ ਜੋ ਮੈਨੂੰ ਆਉਂਦਾ ਹੈਗਾ, ਉਹ ਆਨੰਦ ਜਿਹੜਾ ਹੈਗਾ ਉਹ ਕਈ ਘੰਟੇ ਜਿਹੜਾ ਹੈਗਾ ਮੇਰੇ ਅੰਦਰ ਬਣਿਆ ਰਹਿੰਦਾ ਹੈਗਾ। ਜਦ ਇਹ ਤਾਤਕ ਵਿਚਾਰ ਹੋਈ ਅਤੇ ਮਾਤਾ ਜੀ ਜਿਹੜੇ ਸੀਗੇ ਉਹ ਬਾਬਾ ਸ਼੍ਰੀ ਚੰਦ ਜੀ ਦੇ ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੇ, ਹਾਂ ਮੈਂ ਇਹ ਜਾਣਦੀ ਹਾਂ ਕਿ ਤੁਹਾਡੇ ਪਿਤਾ ਜੀ ਵੀ ਇਸ ਤਰ੍ਹਾਂ ਜਿਹੜੇ ਸੀਗੇ ਉਹ ਘਰੋਂ ਬਾਹਰ ਰਹਿਣ ਦੇ ਜ਼ਿਆਦਾ ਆਦੀ ਸੀ, ਕਿਉਂਕਿ ਉਹ ਵੀ ਜਿਹੜੇ ਸੀਗੇ ਜ਼ਿਆਦਾ ਇਕਾਂਤ ਵਿੱਚ ਬੈਠਣਾ ਪਸੰਦ ਕਰਦੇ ਸੀਗੇ। ਇਸ ਕਰਕੇ ਮਾਇਆ ਮੋਹ ਤੋਂ ਨਿਰਲੇਪ ਉਹ ਆਪ ਰਹਿੰਦੇ ਸੀ ਅਤੇ ਤੁਹਾਨੂੰ ਵੀ ਉਹਨਾਂ ਨੇ ਇਸੇ ਮਾਰਗ 'ਤੇ ਪਾਰਤਾ ਹੈਗਾ। ਜਦ ਇਹ 'ਤੇ ਵਿਚਾਰਾਂ ਹੋਈਆਂ ਫਿਰ ਮਾਤਾ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਪ ਜਿਹੜਾ ਸੀ ਇਸ਼ਨਾਨ ਕਰਾ ਕੇ ਨਵੇਂ ਵਸਤਰ ਪਵਾ ਕੇ ਹੱਥੀਂ ਖਾਣਾ ਖਿਲਾਇਆ, ਤਾਂ ਜਾ ਕੇ ਮਾਤਾ ਜੀ ਦੇ ਕਾਲਜੇ ਜਿਹੜੀ ਸੀ ਠੰਡ ਪਈ ਸੀ। ਇਸ ਤਰ੍ਹਾਂ ਨਾ ਬਾਬਾ ਸ਼੍ਰੀ ਚੰਦ ਜੀ ਜਦ ਬਾਹਰ ਜਾਂਦੇ, ਭਾਈ ਕਮਲੀਆ ਜੀ ਜਿਹੜੇ ਸੀ ਇਹ ਵੀ ਇੱਕ ਪਾਸੇ ਦੂਰ ਕਰਕੇ ਬੈਠ ਜਾਂਦੇ। ਅਤੇ ਇੱਕ ਦਿਨ ਜਦ ਬਾਬਾ ਸ਼੍ਰੀ ਚੰਦ ਜੀ ਬੈਠੇ ਅਤੇ ਉਸ ਟਾਈਮ ਇੱਕ ਸੁਖਦਿਆਲ ਨਾਂ ਦਾ ਜਿਹੜਾ ਸਿਪਾਹੀ ਸੀਗਾ ਉਹ ਘੋੜੇ 'ਤੇ ਉੱਥੋਂ ਦੀ ਲੰਘਿਆ। ਜਦ ਲੰਘਿਆ ਅਤੇ ਉਹਨੇ ਕੀ ਤੱਕਿਆ ਕਿ ਇੱਕ ਛੋਟਾ ਜਿਹਾ ਬਾਲਕ ਇੱਕ ਦਰੱਖਤ ਦੇ ਥੱਲੇ ਸਮਾਧੀ ਲਾ ਕੇ ਬੈਠਾ ਹੈਗਾ। ਅਤੇ ਉਹਨੇ ਦੇਖਿਆ, ਬੜਾ ਹੈਰਾਨ ਹੋਇਆ ਵੀ ਸਾਧੂ ਤਾਂ ਦੇਖੇ ਆ ਬੜੇ ਉਮਰਾਂ ਵਾਲੇ, ਪਰ ਇੱਕ ਛੋਟਾ ਜਿਹਾ ਬਾਲਕ ਸਮਾਧੀ 'ਚ ਬੈਠਾ ਹੈਗਾ। ਅਤੇ ਉਹ ਜਿਹੜਾ ਸੀ ਜਦ ਦੇਖ ਰਿਹਾ ਸੀਗਾ ਅਤੇ ਉਹਦੀ ਨਜ਼ਰ ਫਿਰ ਭਾਈ ਕਮਲੀਆ ਵੱਲ ਪਈ। ਉਹਨੇ ਦੇਖਿਆ ਇੱਕ ਇੱਧਰ ਵੀ ਬੈਠਾ ਹੈਗਾ, ਪਰ ਜਿਹੜਾ ਸਮਾਧੀ 'ਚ ਬੈਠਾ ਹੈਗਾ ਉਹ ਤਾਂ ਅੱਖਾਂ ਬੰਦ ਕਰਕੇ ਇਸ ਤਰ੍ਹਾਂ ਲੱਗਦਾ ਹੈਗਾ ਕਿ ਜਿਵੇਂ ਕਿਸੇ ਅਗੰਮੀ ਦੁਨੀਆ ਦੇ ਵਿੱਚ ਗਵਾਚ ਗਿਆ ਹੋਵੇ। ਪਰ ਭਾਈ ਕਮਲੀਆ ਜੀ ਇਹ ਤਾਂ ਇਸ ਤਰ੍ਹਾਂ ਸਾਡੇ ਵਾਂਗੂ ਜਿਹੜਾ ਹੈਗਾ ਉਹ ਚੌਂਕੜਾ ਮਾਰ ਕੇ ਵੀ ਦਰੱਖਤ ਦੇ ਥੱਲੇ ਆਰਾਮ ਦੇ ਨਾਲ ਬੈਠੇ ਆ। ਉਹ ਜਿਹੜਾ ਸਿਪਾਹੀ ਸੁਖਦਿਆਲ ਸੀਗਾ ਉਹ ਭਾਈ ਕਮਲੀਆ ਜੀ ਦੇ ਪਾਸ ਆਇਆ। ਉਹਨੇ ਆ ਕੇ ਫਿਰ ਭਾਈ ਕਮਲੀਆ ਜੀ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰਦੇ ਹੋ। ਅਤੇ ਫਿਰ ਭਾਈ ਕਮਲੀਆ ਜੀ ਨੇ ਸੁਖਦਿਆਲ ਨੂੰ ਇਹ ਜਵਾਬ ਦਿੱਤਾ ਸੀ। ਕਹਿਣ ਲੱਗੇ ਕਿ ਇਹ ਜੋ ਬਾਲਕ ਪਰੇ ਸਮਾਧੀ ਲਾ ਕੇ ਬੈਠੇ ਆ, ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਡੇ ਸਪੁੱਤਰ ਹੈਗੇ ਆ ਅਤੇ ਮੈਂ ਇਹਨਾਂ ਦਾ ਸੇਵਾਦਾਰ ਹੈਗਾ ਅਤੇ ਮੈਂ ਇਹਨਾਂ ਨੂੰ ਨਾਲ ਲੈ ਕੇ ਸੈਰ ਕਰਾਉਂਦਾ ਹੈਗਾ ਅਤੇ ਮੈਂ ਇਹਨਾਂ ਦੀ ਰਾਖੀ ਕਰਦਾ ਹੈਗਾ। ਅਤੇ ਜਦ ਤੱਕ ਇਹ ਸਮਾਧੀ ਨਹੀਂ ਖੋਲ੍ਹਦੇ ਤਦ ਤੱਕ ਮੈਂ ਇਹਨਾਂ ਦੇ ਉਡੀਕ 'ਚ ਬੈਠਾ ਰਹਿੰਦਾ ਹੈ। ਅਤੇ ਜਦੋਂ ਇਹ ਸਮਾਧੀ ਖੋਲ੍ਹ ਕੇ ਜਿਹੜੇ ਜਾਂ ਆਮ ਚੇਤਨ ਅਵਸਥਾ ਵਿੱਚ ਦੁਨਿਆਵੀ ਖਿਆਲਾਂ ਵਿੱਚ ਬਾਹਰ ਆ ਜਾਂਦੇ ਆ, ਫਿਰ ਕਹਿੰਦੇ ਮੈਂ ਇਹਨਾਂ ਨੂੰ ਆਪਣੇ ਮੋਢੇ ਦੇ ਉੱਤੇ ਚੱਕ ਕੇ ਤੇ ਘਰ ਲੈ ਕੇ ਜਾਂਦਾ। ਜਦ ਇਹ ਵਿਚਾਰਾਂ ਹੋਈਆਂ ਅਤੇ ਫਿਰ ਸੁਖਦਿਆਲ ਤੇ ਮਨ 'ਚ ਆਇਆ ਕਿ ਇਹ ਬੱਚਾ ਭਾਵੇਂ ਛੋਟੀ ਉਮਰ ਦਾ ਸਮਾਧੀ ਲਾ ਕੇ ਬੈਠਾ ਹੈਗਾ ਅਤੇ ਇਸ ਨੂੰ ਗਿਆਨ ਵੀ ਬਹੁਤ ਹੋਊਗਾ, ਕਿਉਂ ਨਾ ਮੈਂ ਇਹਦੀ ਥੋੜ੍ਹੀ ਜਿਹੀ ਪਰਖ ਕਰਕੇ ਦੇਖਾਂ। ਇਹ ਸੋਚ ਕੇ ਜਿਹੜਾ ਸੁਖਦਿਆਲ ਸੀ ਘੋੜੇ ਤੋਂ ਹੇਠਾਂ ਉਤਰਿਆ ਅਤੇ ਉਹਨੇ ਜਾ ਕੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਜਾ ਕੇ ਮੱਥਾ ਟੇਕਤਾ। ਜਦ ਮੱਥਾ ਟੇਕਤਾ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਨੇਤਰ ਖੋਲ੍ਹ ਲਏ। ਜਦ ਨੇਤਰ ਖੋਲ੍ਹੇ ਤਾਂ ਸੁਖਦਿਆਲ ਸਿਪਾਹੀ ਵੱਲ ਤੱਕਿਆ। ਜਦ ਤੱਕਿਆ ਤਾਂ ਸੁਖਦਿਆਲ ਜੀ ਕਹਿਣ ਲੱਗੇ ਕਿ ਮੈਂ ਤਾਂ ਸੁਣਿਆ ਕਿ ਜਿਹੜੇ ਸਾਧੂ ਮਹਾਤਮਾ ਹੁੰਦੇ ਬੜੇ ਗਿਆਨੀ ਵਿਦਵਾਨ ਹੁੰਦੇ ਆ ਅਤੇ ਲੋਕ ਜਿਹੜੇ ਆ ਉਹਨਾਂ ਤੋਂ ਆਪਣੇ ਦੁੱਖੜੇ ਲੈ ਕੇ ਜਾਂਦੇ ਆ, ਪਰ ਮੈਂ ਆਪਣਾ ਇੱਕ ਸਵਾਲ ਲੈ ਕੇ ਆਪ ਜੀ ਦੇ ਪਾਸ ਆਇਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਮੁਸਕਰਾ ਪਏ ਅਤੇ ਸੁਖਦਿਆਲ ਨੂੰ ਕਹਿਣ ਲੱਗੇ, ਹਾਂ ਕੋਈ ਸ਼ੰਕਾ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਜਦ ਇੰਨੀ ਗੱਲ ਹੋਈ ਤਾਂ ਸੁਖਦਿਆਲ ਕਹਿਣ ਲੱਗੇ, ਕਹਿੰਦੇ ਮੇਰਾ ਇੱਕੋ ਹੀ ਪ੍ਰਸ਼ਨ ਆ, ਤੁਸੀਂ ਮੈਨੂੰ ਇਹ ਦੱਸੋ ਕਿ ਸੂਰਮਾ ਕਿਹਨੂੰ ਕਹਿੰਦੇ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਸੂਰਮਾ ਉਹ ਹੈਗਾ ਜਿਹਨੇ ਕ੍ਰੋਧ ਨੂੰ ਜਿੱਤ ਲਿਆ ਹੋਵੇ। ਸੂਰਮਾ ਉਹ ਹੈਗਾ ਜਿਹਨੇ ਵਿਸ਼ੇ ਵਿਕਾਰਾਂ ਨੂੰ ਜਿੱਤ ਲਿਆ ਹੋਵੇ। ਸੂਰਮਾ ਉਹ ਹੈਗਾ ਜਿਹੜਾ ਗਊ ਗਰੀਬ ਦੀ ਰੱਖਿਆ ਕਰੇ। ਸੂਰਮਾ ਉਹ ਹੈਗਾ ਜਿਹੜਾ ਬਚਨ ਦਾ ਬਲੀ ਹੋਵੇ। ਜਦ ਬਾਬਾ ਸ਼੍ਰੀ ਚੰਦ ਜੀ ਇਸ ਤਰ੍ਹਾਂ ਜਿਹੜੇ ਜਵਾਬ ਦੇਣ ਲੱਗ ਗਏ ਤਾਂ ਸੁਖਦਿਆਲ ਦੀਆਂ ਅੱਖਾਂ ਜਿਹੜੀਆਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਹੈਰਾਨ ਹੋਇਆ ਕਿ ਇਹ 10-11 ਸਾਲ ਦਾ ਬੱਚਾ ਲੇਕਿਨ ਐਡੇ ਗਹਿਰੇ ਜਵਾਬ ਦੇ ਰਿਹਾ ਹੈਗਾ। ਉਸ ਤੋਂ ਬਾਅਦ ਫਿਰ ਸੁਖਦਿਆਲ ਜੀ ਨੇ ਫਿਰ ਆਖਿਆ, ਕਹਿਣ ਲੱਗੇ ਕਿ ਹਾਂ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈਗੀ ਆ ਕਿ ਸੂਰਮੇ ਇਸ ਤਰ੍ਹਾਂ ਦੇ ਹੁੰਦੇ ਆ ਅਤੇ ਉਹਨਾਂ ਵਿੱਚੋਂ ਲੱਗਦਾ ਕਿ ਮੈਂ ਵੀ ਇਸੇ ਸ਼੍ਰੇਣੀ 'ਚ ਆਉਂਦਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਹਾਂ ਤੈਨੂੰ ਕੌਣ ਨਹੀਂ ਜਾਣਦਾ ਹੈਗਾ, ਤੂੰ ਇਸ ਘੋੜੇ ਦੇ ਉੱਤੇ ਬੈਠ ਕੇ ਇਹ ਸਰਕਾਰੀ ਨੌਕਰੀ ਕਰਕੇ ਅਤੇ ਗਰੀਬਾਂ ਦੇ ਉੱਤੇ ਆਪਣਾ ਰੋਹਬ ਜਮਾ ਕੇ ਤੂੰ ਆਪਣੀ ਧੌਂਸ ਜਮਾਉਂਦਾ ਹੈਗਾ। ਤੂੰ ਕਹਿੰਦਾ ਹੈ ਕਿ ਮੈਂ ਵੱਡਾ ਸੂਰਮਾ ਹੈਗਾ, ਲੋਕਾਂ ਦੀ ਲੁੱਟ ਖਸੁੱਟ ਕਰਦਾ ਹੈ, ਰਿਸ਼ਵਤ ਵੱਡੀ ਲੈ ਕੇ ਤੂੰ ਚੋਰਾਂ ਬਦਮਾਸ਼ਾਂ ਨੂੰ ਸ਼ਹਿ ਦਿੰਦਾ ਹੈਗਾ। ਜਦ ਇਸ ਤਰ੍ਹਾਂ ਦੇ ਨਿਡਰਤਾ ਦੇ ਬਚਨ ਬਾਬਾ ਸ਼੍ਰੀ ਚੰਦ ਜੀ ਨੇ ਕੀਤੇ, ਜਿਹੜਾ ਸੁਖਦਿਆਲ ਸੀ ਉਹ ਅੰਦਰੋਂ ਡਰ ਗਿਆ।
ਮਨ ਦੇ ਵਿੱਚ ਸੋਚਿਆ ਵੀ ਬਾਬੇ ਨਾਨਕ ਦਾ ਵੱਡਾ ਸੁਪੁੱਤਰ ਹੈ, ਲੱਗਦਾ ਵੱਡਾ ਕਰਾਮਾਤੀ ਹੈਗਾ, ਅਗਰ ਕੋਈ ਐਸਾ ਟੇਢਾ ਬਚਨ ਬੋਲ ਦਿੱਤਾ ਤੇ ਭਾਈ ਮੇਰਾ ਜਿਹੜਾ ਜੀਣਾ ਹੈਗਾ ਉਹ ਤਾਂ ਲੱਗਦਾ ਉਸੇ ਟਾਈਮ ਹੀ ਖਤਮ ਹੋ ਜਾਊਗਾ। ਇਹ ਸੋਚ ਕੇ ਸੁਖਦਿਆਲ ਨੇ ਹੱਥ ਜੋੜੇ ਤੇ ਬਾਬਾ ਸ਼੍ਰੀ ਚੰਦ ਜੀ ਤੋਂ ਮਾफ़ੀ ਮੰਗਦਾ ਹੋਇਆ ਕਹਿਣ ਲੱਗਾ ਕਿ ਆਪ ਜੀ ਦੇ ਬਚਨ ਬਿਲਕੁਲ ਸੱਤ ਹੈਗੇ ਆ ਤੇ ਮੈਂ ਅੱਗੇ ਤੋਂ ਜੋ ਆਪਨੇ ਬਚਨ ਕਹੇ ਆ ਸੂਰਮਿਆਂ ਦੇ ਮੈਂ ਉਹ 'ਤੇ ਪੂਰਾ ਚੱਲੂੰਗਾ, ਤੁਸੀਂ ਮੈਨੂੰ ਮਾफ़ ਕਰ ਦਿਓ। ਇਹ ਕਹਿ ਕੇ ਨਾ ਸੁਖਦਿਆਲ ਨੇ ਆਪਣਾ ਪਿਛਾ ਛਡਾਇਆ ਤੇ ਉੱਥੋਂ ਜਿਹੜਾ ਸੀ ਫਿਰ ਰਫੂ ਚੱਕਰ ਹੋ ਗਿਆ। ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਆਏ ਗਏ ਰਾਹੀਆਂ ਨੂੰ ਜੋ ਵੀ ਉਹ ਬਚਨ ਕਰਦੇ ਸੀ ਉਹਨਾਂ ਨੂੰ ਉਪਦੇਸ਼ ਦਿੰਦੇ ਹੁੰਦੇ ਸੀ। ਇਸ ਤਰ੍ਹਾਂ ਜਦ 3-3 4-4 ਦਿਨ ਬਾਅਦ ਬਾਬਾ ਸ਼੍ਰੀ ਚੰਦ ਜੀ ਘਰ ਆਉਣ ਲੱਗੇ, ਇੱਕ ਦਿਨ ਇਹਨਾਂ ਦੇ ਨਾਨਾ ਮੂਲ ਚੰਦ ਜੀ ਜਿਹੜੇ ਸੀਗੇ ਇਹਨਾਂ ਦੇ ਬੜੇ ਕ੍ਰੋਧਿਤ ਹੋਏ। ਉਹ ਕਹਿਣ ਲੱਗੇ ਕਿ ਉਹ ਪਿਓ ਤਾਂ ਜਿਹੜਾ ਸੀ ਉਹ ਘਰ-ਬਾਰ ਛੱਡ ਕੇ ਦੁਨੀਆ ਨੂੰ ਸੁਧਾਰਨ ਵਾਸਤੇ ਨਿਕਲ ਗਿਆ ਤੇ ਉਹਨਾਂ ਕਦਮੇ ਨਕਸ਼ਾਂ ਦੇ ਉੱਤੇ ਹੁਣ ਇੱਕ ਨਵਾਂ ਪੁੱਤਰ ਜਿਹੜਾ ਹੈਗਾ ਉਹ ਪੈਦਾ ਹੋ ਗਿਆ ਹੈ। ਉਹ ਵੀ ਜੰਗਲਾਂ 'ਚ ਬਾਹਰ ਬੈਠ ਕੇ ਸਮਾਧੀਆਂ ਲਾਉਣ ਲੱਗ ਪਿਆ ਤੇ ਉਸ ਨੂੰ ਘਰ ਦੀ ਕੋਈ ਸੋਝੀ ਨਹੀਂ ਹੈ। ਇਹਦੇ ਨਾਲ ਦੇ ਬੱਚੇ ਜਿਹੜੇ ਆ ਉਹ ਘਰਾਂ ਦੇ ਵਿੱਚ ਖੇਡਦੇ ਨੱਚਦੇ ਟੱਪਦੇ ਰਹਿੰਦੇ ਆ, ਪਰ ਇਹ ਨਿਵੇਕਲਾ ਹੈ, ਨਾ ਕੱਪੜਿਆਂ ਦੀ ਸੁੱਧ ਹੈ ਨਾ ਖਾਣ ਪੀਣ ਦੀ ਸੁੱਧ ਹੈਗੀ। ਬਸ ਇਸ ਤਰ੍ਹਾਂ ਆਪਣੇ ਸਰੀਰ ਦੇ ਉੱਤੇ ਜੋ ਮਿੱਟੀ ਘੱਟਾ ਪਿਆ ਰਹਿੰਦਾ ਹੈ ਉਹਦੇ ਵੱਲ ਵੀ ਧਿਆਨ ਨਹੀਂ ਦਿੰਦਾ। ਤੇ ਇਸ ਤਰ੍ਹਾਂ ਦੀਆਂ ਜਦ ਗੱਲਾਂ ਮੂਲ ਚੰਦ ਜੀ ਜਿਹੜੇ ਸੀਗੇ ਬਾਬਾ ਸ਼੍ਰੀ ਚੰਦ ਜੀ ਨੂੰ ਸਾਹਮਣੇ ਕਰਨ ਲੱਗੇ ਤਾਂ ਉਸ ਟਾਈਮ ਮਾਤਾ ਸੁਲੱਖਣੀ ਜੀ ਉਹਨਾਂ ਨੇ ਆਪਣੇ ਪਿਤਾ ਮੂਲ ਚੰਦ ਜੀ ਨੂੰ ਰੋਕ ਦਿੱਤਾ ਤੇ ਕਹਿਣ ਲੱਗੇ ਪਿਤਾ ਜੀ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ, ਕਿਉਂਕਿ ਇਹਨਾਂ ਦੇ ਬਾਰੇ ਮੇਰੇ ਸਵਾਮੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਪਹਿਲਾਂ ਭਵਿੱਖ ਬਚਨ ਕਰ ਦਿੱਤੇ ਸੀ ਕਿ ਇਹ ਜਿਹੜਾ ਬਾਲਕ ਹੈਗਾ ਇਹ ਚਿਰਜੀਵੀ ਹੋਵੇਗਾ ਤੇ ਇਸ ਦਾ ਇੱਕ ਵੱਖਰਾ ਪੰਥ ਚੱਲੇਗਾ। ਰਾਜੇ ਮਹਾਰਾਜੇ ਦੁਨੀਆ ਦੇ ਇਹਨੂੰ ਸੀਸ ਝੁਕਾਉਣਗੇ ਤੇ ਇਹਨਾਂ ਦੇ ਸਾਹਮਣੇ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਵੀ ਜਿਹੜੀਆਂ ਹੈ ਉਹ ਸੂਰਜ ਦੇ ਪ੍ਰਕਾਸ਼ ਮੂਹਰੇ ਜਿਵੇਂ ਟਟੈਣਾ ਫਿੱਕਾ ਪੈ ਜਾਂਦਾ ਇਸ ਤਰ੍ਹਾਂ ਫਿੱਕੀਆਂ ਪੈ ਜਾਣਗੀਆਂ। ਤੇ ਮੈਨੂੰ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਕਿ ਆਪਣੇ ਸਵਾਮੀ ਗੁਰੂ ਨਾਨਕ ਸਾਹਿਬ ਦੇ ਉੱਤੇ ਪੂਰਾ ਭਰੋਸਾ ਹੈ ਕਿ ਜੋ ਉਹਨਾਂ ਨੇ ਵਚਨ ਕਹੇ ਆ ਭਵਿੱਖ ਬਾਰੇ ਮੇਰੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਬਾਰੇ ਉਹ ਬਿਲਕੁਲ ਸਹੀ ਹੈ। ਜਦ ਇਸ ਤਰ੍ਹਾਂ ਦੇ ਵਚਨ ਕੀਤੇ ਤੇ ਫਿਰ ਮੂਲ ਚੰਦ ਜੀ ਕਹਿਣ ਲੱਗੇ, ਕਹਿੰਦੇ ਗੱਲ ਤਾਂ ਭਾਵੇਂ ਤੇਰੀ ਠੀਕ ਆ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਦ ਹਜੇ ਤਾਂ ਇਹ ਛੋਟਾ ਹੈਗਾ, ਥੋੜ੍ਹਾ ਵੱਡਾ ਹੋਊਗਾ, ਅਗਰ ਇਹਦੇ ਵਿਆਹ ਸ਼ਾਦੀ ਦੀ ਗੱਲ ਕੋਈ ਚੱਲ ਆਊਗਾ, ਅਗਰ ਕੋਈ ਕੁੜੀ ਵਾਲੇ ਆਉਣਗੇ ਅਸੀਂ ਕੀ ਜਵਾਬ ਦੇਵਾਂਗੇ ਕਿ ਉਹ ਮਲੰਗ ਬਾਹਰ ਸਮਾਧੀ ਲੈ ਕੇ ਬੈਠਾ ਹੈਗਾ, ਉਸ ਤੋਂ ਉੱਥੇ ਜਾ ਕੇ ਦੇਖ ਲਓ। ਜਦ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੇ ਫਿਰ ਮਾਤਾ ਜੀ ਧੀਰਜ ਦੇ ਕੇ ਕਹਿਣ ਲੱਗੇ ਕਿ ਮੇਰੇ ਸਵਾਮੀ ਉਹ ਵੀ ਮੈਨੂੰ ਇਹ ਆਖ ਗਏ ਸੀ ਕਿ ਇਹ ਬਾਲਕ ਜਿਹੜਾ ਹੈਗਾ ਇਹ ਆਪਣੀ ਮਸਤੀ ਵਿੱਚ ਰਹੇਗਾ। ਹਾਂ, ਬਾਕੀ ਅਗਰ ਸ਼ਾਦੀ ਦੀ ਗੱਲ ਹੈ ਤੇ ਸ਼ਾਦੀ ਦੀ ਗੱਲ ਜਿਹੜੀ ਆ ਉਹ ਛੋਟਾ ਮੇਰਾ ਲੜਕਾ ਲక్ష్ਮੀ ਦਾਸ ਉਹ ਕਰਾਵੇਗਾ, ਕਿਉਂਕਿ ਇਹ ਤਾਂ ਆਪਣੀ ਮਸਤੀ ਦੇ ਵਿੱਚ ਰਹਿੰਦੇ ਹੈਗੇ ਆ ਤੇ ਇਸ ਕਰਕੇ ਇਹਨਾਂ ਨੇ ਗ੍ਰਸਤ ਦੇ ਵੱਲ ਬਹੁਤਾ ਕੋਈ ਚੇਚਾ ਧਿਆਨ ਨਹੀਂ ਦੇਣਾ ਹੈਗਾ। ਤੇ ਇਸ ਕਰਕੇ ਮੇਰੇ ਸਵਾਮੀ ਦੇ ਵਚਨ ਜਿਹੜੇ ਉਹ ਸੱਤ ਹੋਣਗੇ, ਕਿਉਂਕਿ ਇਹਨਾਂ ਦਾ ਇੱਕ ਆਪਣਾ ਨਿਰਾਲਾ ਪੰਥ ਜ਼ਰੂਰ ਚੱਲੂਗਾ। ਜਦ ਇਸ ਤਰ੍ਹਾਂ ਦੇ ਵਚਨ ਹੋਏ ਤੇ ਫਿਰ ਇਹਨਾਂ ਦੇ ਨਾਨਾ ਮੂਲ ਚੰਦ ਜੀ ਜਿਹੜੇ ਸੀਗੇ ਕੁਛ ਟਾਈਮ ਬਾਅਦ ਤੇ ਸ਼ਾਂਤ ਹੋ ਗਏ ਤੇ ਕਹਿਣ ਲੱਗੇ ਚੱਲ ਠੀਕ ਆ ਤੇ ਜੇ ਇਹੋ ਜਿਹਾ ਹੀ ਰਹੇਗਾ ਤੇ ਫਿਰ ਅਸੀਂ ਕੀ ਕਰ ਸਕਦੇ ਹੈਗੇ ਆ। ਉਸ ਤੋਂ ਬਾਅਦ ਫਿਰ ਮੂਲ ਚੰਦ ਨੇ ਜਿਹੜਾ ਸੀਗਾ ਬਾਬਾ ਸ਼੍ਰੀ ਚੰਦ ਨੂੰ ਕਹਿਣਾ ਜਿਹੜਾ ਸੀਗਾ ਉਹ ਬਿਲਕੁਲ ਬੰਦ ਕਰ ਦਿੱਤਾ ਸੀਗਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਬਾਬਾ ਸ਼੍ਰੀ ਚੰਦ ਜੀ ਦੇ ਉੱਤੇ ਕਿਸੇ ਵੀ ਗੱਲਾਂ ਦਾ ਕੋਈ ਅਸਰ ਨਹੀਂ ਹੈਗਾ। ਉਹ ਆਪਣੀ ਮਸਤੀ 'ਚ ਰਹਿੰਦੇ ਆ, ਮਸਤੀ 'ਤੇ ਆਉਂਦੇ ਜਾਂਦੇ ਆ ਤੇ ਪਰ ਜਦੋਂ ਕਿਤੇ ਸਵਾਲ ਜਵਾਬ ਖਾਸ ਕਰਕੇ ਧਰਮ ਦੇ ਕਰਦੇ ਆ ਤੇ ਆਪਣੇ ਪਿਤਾ ਜੀ ਵਾਂਗੂ ਬਹੁਤ ਗੂੜ ਗਿਆਨ ਕੋ ਜਿਹੜਾ ਹੈ ਉਹਦਾ ਬਖਿਆਨ ਕਰਦੇ ਆ ਤੇ ਇਹ ਗਿਆਨ ਜਿਹੜਾ ਹੈ ਸਾਡੀ ਸਮਝ ਤੋਂ ਵੀ ਬਾਹਰ ਰਹਿੰਦਾ ਹੈਗਾ। ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਜਦ ਘਰ ਦੇ ਵਿੱਚ ਇਸ ਤਰ੍ਹਾਂ ਰੌਣਕਾਂ ਲਾ ਕੇ ਰੱਖਦੇ ਤੇ ਉਹ ਵੀ ਸਮਾਂ ਆ ਗਿਆ ਜਦੋਂ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਜਿਹੜੇ ਸੀ ਉਹਨਾਂ ਦੇ ਮਨ ਦੇ ਵਿੱਚ ਇਹਨਾਂ ਬੱਚਿਆਂ ਨੂੰ ਮਿਲਣ ਦੀ ਜਿਹੜੀ ਸੀ ਉਹ ਬੜੀ ਖਿੱਚ ਪਈ ਤੇ 2.5 ਸਾਲ ਬਾਅਦ ਬੇਬੇ ਨਾਨਕੀ ਜੀ ਜਿਨ੍ਹਾਂ ਨੇ ਪਹਿਲਾਂ ਬੰਦੇ ਭੇਜੇ ਸੀਗੇ ਪੱਖੋਂ ਕੀ ਆਪਣੀ ਭਰਜਾਈ ਮਾਤਾ ਸੁਲੱਖਣੀ ਜੀ ਨੂੰ ਆਪਣੇ ਪਿੰਡ ਸੁਲਤਾਨਪੁਰ ਲਿਆਉਣ ਵਾਸਤੇ, ਪਰ ਜਿੰਨੇ ਵੀ ਬੰਦੇ ਗਏ ਸੀਗੇ ਉਹ ਸਾਰੇ ਖਾਲੀ ਗਏ ਸੀ। ਇਹ ਸੋਚ ਵਿਚਾਰ ਕੇ ਫਿਰ ਆਪ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਇਹ ਖੁਦ ਜਿਹੜੇ ਸੀ ਫਿਰ ਪੱਖੋਂ ਕੀ ਪਹੁੰਚੇ। ਜਦ ਪੱਖੋਂ ਕੀ ਘਰ ਪਹੁੰਚੇ ਇਹਨਾਂ ਨੂੰ ਘਰ ਦੇ ਵਿੱਚ ਪੈਰ ਰੱਖਦਿਆਂ ਦੇਖ ਕੇ ਮਾਤਾ ਸੁਲੱਖਣੀ ਜੀ ਨੂੰ ਬੜਾ ਚਾਅ ਚੜਿਆ ਤੇ ਉਹਨਾਂ ਨੇ ਦੌੜ ਕੇ ਜਾ ਕੇ ਬੇਬੇ ਨਾਨਕੀ ਜੀ ਦੇ ਪੈਰਾਂ 'ਤੇ ਹੱਥ ਲਾਇਆ ਤੇ ਮੱਥਾ ਟੇਕਿਆ। ਬਸ ਫੇਰ ਕੀ ਸੀ, ਬੇਬੇ ਨਾਨਕੀ ਜੀ ਨੇ ਮਾਤਾ ਸੁਲੱਖਣੀ ਨੂੰ ਆਪਣੀ ਗਲਬਕੜੀ ਵਿੱਚ ਲਿਆ ਤੇ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਤੇ ਘਰ ਦੇ ਵਿੱਚ ਬੜੀ ਖੁਸ਼ੀ ਹੋਈ। ਤੇ ਇਸੇ ਤਰ੍ਹਾਂ ਮਾਤਾ ਸੁਲੱਖਣੀ ਜੀ ਤੇ ਬੇਬੇ ਨਾਨਕੀ ਜੀ ਜਿਹੜੇ ਸੀ ਉਹ ਇੱਕ ਬੈਠਕ ਦੇ ਵਿੱਚ ਚਲੇ ਗਏ ਤੇ ਉੱਥੇ ਜਾ ਕੇ ਜਿਹੜੀਆਂ ਸੀ ਬੜੇ ਪਿਆਰ ਦੀਆਂ ਗੱਲਾਂ ਕੀਤੀਆਂ। ਪਰ ਬੇਬੇ ਨਾਨਕੀ ਜੀ ਦਾ ਜਿਹੜਾ ਅੰਦਰੋਂ ਖਿੱਚ ਬਣਦੀ ਸੀ ਉਹ ਬਣਦੀ ਸੀ ਬਾਬਾ ਸ਼੍ਰੀ ਚੰਦ ਜੀ ਤੇ ਲక్ష్ਮੀ ਦਾਸ ਨੂੰ ਦੇਖਣ ਦੀ। ਤੇ ਫਿਰ ਉਹਨਾਂ ਨੇ ਸੁਹਾਗ ਵੀ ਪੁੱਛ ਲਿਆ ਕਿ ਮੈਨੂੰ ਇਹ ਦੱਸੋ
ਕਿ ਸ਼੍ਰੀ ਚੰਦ ਜੀ ਨਜ਼ਰ ਨਹੀਂ ਆਉਂਦੇ, ਉਹ ਕਿੱਥੇ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਮਾਤਾ ਸੁਲੱਖਣੀ ਜੀ ਨੇ ਆਖਿਆ ਕਿ ਉਹ ਤਾਂ ਆਮ ਤੌਰ 'ਤੇ ਬਾਹਰ ਹੀ ਰਹਿੰਦੇ ਆ, ਇਕਾਂਤ ਬਿਆਬਾਨ 'ਚ ਇੱਕ ਦਰੱਖਤ ਦੇ ਥੱਲੇ ਸਮਾਧੀ ਲਾ ਲੈਂਦੇ ਆ, ਬਸ ਕਈ ਦਿਨ ਘਰ ਨਹੀਂ ਆਉਂਦੇ। ਪਰ ਹੁਣ ਘਰ ਦੀ ਇੱਕ ਬੈਠਕ ਹੈਗੀ ਆ, ਅੱਜ ਪਤਾ ਨਹੀਂ ਬਾਹਰ ਨਹੀਂ ਗਏ, ਬੈਠਕ ਦੇ ਵਿੱਚ ਬੈਠੇ ਆ ਸਮਾਧੀ ਲਾ ਕੇ। ਅਤੇ ਜਦ ਇੰਨੀ ਗੱਲ ਹੋਈ ਅਤੇ ਫਿਰ ਬੇਬੇ ਨਾਨਕੀ ਜੀ ਮਲਕ ਚੜ੍ਹੇ ਉੱਠੇ। ਉਹ ਕਹਿਣ ਲੱਗੇ ਕਿ ਹਾਂ ਪਹਿਲਾਂ ਮੈਂ ਉਹਨਾਂ ਦੇ ਦੀਦਾਰ ਕਰ ਲਵਾਂ। ਜਦ ਇਹ ਗੱਲ ਹੋਈ ਸੀ ਫਿਰ ਬੇਬੇ ਨਾਨਕੀ ਜੀ ਜਦ ਬੈਠਕ ਵੱਲ ਗਏ ਤਾਂ ਇੱਕ ਖਿੜਕੀ ਦੇ ਵਿੱਚੋਂ ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਤੱਕਿਆ ਅਤੇ ਕੀ ਦੇਖਿਆ, ਬਾਬਾ ਸ਼੍ਰੀ ਚੰਦ ਜੀ ਜਿਹੜੇ ਆ ਉਹ ਬਿਲਕੁਲ ਸਮਾਧੀ ਲਾ ਕੇ ਪੂਰਨ ਧਿਆਨ ਦੇ ਵਿੱਚ ਬੈਠੇ ਹੋਏ ਅਤੇ ਉਹਨਾਂ ਨੂੰ ਦੁਨੀਆ ਦੀ ਕੋਈ ਖਬਰ ਖੋਜ ਨਹੀਂ ਹੈ। ਉਹ ਆਪਣੀ ਮਸਤ ਸਮਾਧੀ ਵਿੱਚ ਇੱਕ ਸੁਰ ਜਿਹੜੇ ਆ ਉਹ ਬੈਠੇ ਹੋਏ ਆ। ਜਦ ਮਾਤਾ ਜੀ ਅਤੇ ਬੇਬੇ ਨਾਨਕੀ ਜੀ ਨੇ ਬਾਬਾ ਸ਼੍ਰੀ ਚੰਦ ਨੂੰ ਇਸ ਤਰ੍ਹਾਂ ਸਮਾਧੀ 'ਚ ਬੈਠਿਆਂ ਤੱਕਿਆ ਅਤੇ ਬੇਬੇ ਨਾਨਕੀ ਜੀ ਦੇ ਮਨ 'ਚ ਆਇਆ ਕਿ ਵਾਕਿਆ ਹੀ ਮੇਰੇ ਵੀਰ ਵੀ ਜਿਹੜੇ ਸੀਗੇ ਜਦ ਘਰ ਰਹਿੰਦੇ ਹੁੰਦੇ ਸੀ ਇਸ ਤਰ੍ਹਾਂ ਸਮਾਧੀ 'ਚ ਕਈ ਦਿਨ ਬੈਠੇ ਰਹਿੰਦੇ ਸੀ। ਇਸੇ ਤਰ੍ਹਾਂ ਉਹਨਾਂ ਦੇ ਵੱਡੇ ਸਪੁੱਤਰ ਵੀ ਆ ਆਪਣੇ ਪਿਤਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਕਸ਼ੇ ਕਦਮਾਂ 'ਚ ਚੱਲ ਰਹੇ ਆ। ਪਰ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਅੰਦਰ ਜਾਵਾਂ ਅਤੇ ਇਹਨਾਂ ਨੂੰ ਠਾਲ ਕੇ ਅਤੇ ਆਪਣੇ ਗਲ ਨਾਲ ਲਾਵਾਂ। ਪਰ ਉਸ ਟਾਈਮ ਭਾਈ ਕਮਲਿਆ ਜੀ ਨੇ ਜਿਹੜਾ ਇਸ਼ਾਰਾ ਕੀਤਾ ਕਿ ਜਦੋਂ ਉਹਨਾਂ ਦੀ ਸੁਰਤ ਸਮਾਧੀ ਤੋਂ ਬਾਹਰ ਆਊਗੀ ਉਹਨਾਂ ਨੇ ਤੁਹਾਡੇ ਪਾਸ ਆਪਣੇ ਆਪ ਹੀ ਆ ਜਾਣਾ ਹੈਗਾ। ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਨੇ ਮਨ ਹੀ ਮਨ ਜਿਹੜੀ ਸੀ ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕੀਤੀ ਅਤੇ ਵਾਪਸ ਜਿਹੜੇ ਸੀਗੇ ਫਿਰ ਮਾਤਾ ਸੁਲੱਖਣੀ ਜੀ ਦੇ ਪਾਸ ਬੈਠ ਗਏ। ਜਦ ਵਾਪਸ ਬੈਠੇ ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਕੋਠੜੀ ਦੇ ਅੰਦਰੋਂ ਅੱਖਾਂ ਖੋਲ੍ਹੀਆਂ। ਅੱਖਾਂ ਖੋਲ੍ਹ ਕੇ ਫਿਰ ਥੋੜ੍ਹਾ ਜਿਹਾ ਮੁਸਕਰਾਏ ਅਤੇ ਫਿਰ ਕੁੰਡਾ ਖੋਲ੍ਹ ਕੇ ਝੱਟ ਬਾਹਰ ਆ ਗਏ। ਜਦ ਬਾਹਰ ਆਏ ਅਤੇ ਜਿਉਂ ਹੀ ਬੇਬੇ ਨਾਨਕੀ ਜੀ ਨੂੰ ਬਾਬਾ ਸ਼੍ਰੀ ਚੰਦ ਨੇ ਤੱਕਿਆ ਅਤੇ ਦੌੜ ਕੇ ਜਾ ਕੇ ਬੇਬੇ ਨਾਨਕੀ ਜੀ ਨੂੰ ਮੱਥਾ ਟੇਕਿਆ ਅਤੇ ਆਖਿਆ ਕਿ ਭੂਆ ਜੀ ਤੁਸੀਂ ਕਦ ਆਏ ਆ, ਅਸੀਂ ਤਾਂ ਤੁਹਾਡਾ ਬਹੁਤ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਾਂ। ਜਦ ਇੰਨੀ ਗੱਲ ਹੋਈ ਫਿਰ ਕੀ ਸੀ, ਬੇਬੇ ਨਾਨਕੀ ਜੀ ਨੇ ਬਾਬਾ ਸ਼੍ਰੀ ਚੰਦ ਨੂੰ ਆਪਣੀ ਗਲਬਗੜੀ 'ਚ ਲਿਆ ਅਤੇ ਉਹਨਾਂ ਦਾ ਮੂੰਹ ਮੱਥਾ ਚੁੰਮਿਆ ਅਤੇ ਨਾਲ ਇਹ ਆਖਿਆ ਕਿ ਮੈਂ ਬਾਰੀ ਹਾਂ, ਮੈਂ ਘੋਲੀ ਹਾਂ, ਮੈਂ ਤੇਰੇ ਤੋਂ ਸਦਕੇ ਹੈਗੀ ਹਾਂ। ਜਦ ਇਸ ਤਰ੍ਹਾਂ ਪਿਆਰ ਦੇ ਵਿੱਚ ਬਚਨ ਬੋਲੇ ਅਤੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਉਹ ਫਿਰ ਚੁੱਪ ਕਰ ਗਏ। ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਨੇ ਆਖਿਆ ਕਿ ਅਸੀਂ ਤਾਂ ਤੁਹਾਨੂੰ ਇੰਨਾ ਯਾਦ ਕਰਦੇ ਰਹੇ ਹਾਂ ਕਿ ਮੈਂ ਚਾਹੁੰਦੀ ਸੀ ਕਿ ਤੁਸੀਂ ਉੱਥੇ ਸੁਲਤਾਨਪੁਰ ਪਹੁੰਚਦੇ, ਪਰ ਤੁਹਾਡੇ ਨਾਨਾ ਅਤੇ ਨਾਨੀ ਜੀ ਨੇ ਸਾਡਾ ਕੋਈ ਫਿਕਰ ਨਹੀਂ ਕੀਤਾ ਹੈਗਾ। ਬੰਦੇ ਵੀ ਭੇਜੇ ਪਰ ਤੁਹਾਨੂੰ ਨਹੀਂ ਭੇਜਿਆ, ਨਾ ਤੁਹਾਡੀ ਮਾਤਾ ਜੀ ਨੂੰ ਸਾਡੇ ਪਾਸ ਭੇਜਿਆ ਹੈਗਾ। ਇਹ ਤਾਦਕ ਅਸੀਂ ਅੜੀਕ ਹੁਣ ਜਿਹੜੇ ਉਹ ਪੱਖੋਂ ਕੀ ਪਹੁੰਚੇ ਆ। ਜਦ ਇਹ ਗੱਲ ਹੋਈ ਸੀ ਅਤੇ ਫਿਰ ਬਾਬਾ ਜੀ ਕਹਿਣ ਲੱਗੇ ਕਿ ਤੁਸੀਂ ਤਾਂ ਬਹੁਤ ਵਿਚਾਰਵਾਨ ਆ ਅਤੇ ਬਹੁਤ ਜ਼ਿਆਦਾ ਸੋਚ ਸਮਝ ਵਾਲੇ ਆ, ਇਸ ਤਰ੍ਹਾਂ ਤੁਸੀਂ ਇਹੋ ਜਿਹੇ ਬਹਿਣਾ ਵਿੱਚ ਕਿਉਂ ਬਹਿ ਗਏ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਬੇਬੇ ਨਾਨਕੀ ਜੀ ਨੇ ਆਖਿਆ, ਕਹਿਣ ਲੱਗੇ ਦੇਖ ਸ਼੍ਰੀ ਚੰਦ, ਤੇਰੇ ਪਿਤਾ ਜੀ ਜਦ ਸੰਸਾਰ ਨੂੰ ਤਾਰਨ ਵਾਸਤੇ ਗਏ ਸੀ ਅਤੇ ਉਹਨਾਂ ਦਾ ਵਿਛੋੜਾ ਜਿਹੜਾ ਹੈ ਉਹ ਸਾਡੇ ਤੋਂ ਝੱਲਿਆ ਨਹੀਂ ਜਾਂਦਾ ਅਤੇ ਸਾਡੇ ਮਾਤਾ ਪਿਤਾ ਤਲਵੰਡੀ ਬੈਠੇ, ਉਹਨਾਂ ਨੂੰ ਦੇਖ ਜਿਹੜੇ ਆ ਤਰਸਦੇ ਰਹਿੰਦੇ ਅੜੀਕ ਕਿ ਕਦ ਜਿਹੜੇ ਆ ਉਹ ਮੇਰੇ ਵੀਰ ਜੀ ਵਾਪਸ ਆਉਣਗੇ। ਪਰ ਜਦੋਂ ਮੈਂ ਤੁਹਾਨੂੰ ਦੇਖਦੀ ਹਾਂ, ਤੁਹਾਨੂੰ ਦੇਖਦੇ ਸਾਰ ਸਾਡੇ ਹਿਰਦੇ ਵਿੱਚ ਠੰਡ ਪੈ ਜਾਂਦੀ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਭੂਆ ਜੀ ਤੁਸੀਂ ਤਾਂ ਬਹੁਤ ਵਿਚਾਰਵਾਨ ਹੈਗੇ ਆ, ਤੁਹਾਨੂੰ ਪਤਾ ਹੈਗਾ ਕਿ ਗੁਰੂ ਨਾਨਕ ਸ਼ੁੱਧ ਬ੍ਰਹਮ ਰੂਪ ਹੈ ਅਤੇ ਹਰੇਕ ਜਗ੍ਹਾ ਵਿਆਪਕ ਹੈਗੇ ਆ। ਭਾਵੇਂ ਸਰੀਰ ਕਰਕੇ ਉਹ ਦਿਖਾਈ ਨਹੀਂ ਦਿੰਦੇ ਪਰ ਮਨ ਆਤਮਾ ਕਰਕੇ ਉਹ ਸਾਨੂੰ ਤੱਕ ਰਹੇ ਅਤੇ ਸਾਡੇ ਵੱਲ ਦੇਖ ਕੇ ਮੁਸਕਰਾ ਰਹੇ ਆ। ਜਦ ਇਸ ਤਰ੍ਹਾਂ ਦੇ ਬਚਨ ਬਾਬਾ ਸ਼੍ਰੀ ਚੰਦ ਜੀ ਨੇ ਬੇਬੇ ਨਾਨਕੀ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕੀਤਾ ਅਤੇ ਬੇਬੇ ਨਾਨਕੀ ਜੀ ਹੈਰਾਨ ਹੋ ਗਏ। ਉਹ ਕਹਿਣ ਲੱਗੇ ਇੰਨੀ ਛੋਟੀ ਉਮਰ ਦੇ ਵਿੱਚ ਅਤੇ ਇੰਨੀਆਂ ਗੁੱਝੀਆਂ ਰਹੱਸਮਈਆਂ ਗੱਲਾਂ ਜਿਹੜੇ ਸਿਆਣੇ ਬੰਦੇ ਨਹੀਂ ਕਰ ਸਕੇ, ਕਿਵੇਂ ਬਾਬਾ ਸ਼੍ਰੀ ਚੰਦ ਜੀ ਇਹੋ ਜਿਹੇ ਗਿਆਨ ਦੀਆਂ ਗੱਲਾਂ ਦੀ ਚਰਚਾ ਜਿਹੜੀ ਆ ਉਹਨਾਂ ਨੇ ਮੇਰੇ ਨਾਲ ਛੇੜ ਲਈ ਆ। ਅਤੇ ਪਰ ਇਸ ਤਰ੍ਹਾਂ ਜਦ ਚਰਚਾ ਹੋਰ ਵਧੀ ਤਾਂ ਫਿਰ ਬੇਬੇ ਨਾਨਕੀ ਜੀ ਦੇ ਮਨ ਵਿੱਚ ਬੜਾ ਧਰਵਾਸ ਵੱਜਿਆ ਅਤੇ ਇਸ ਚਰਚਾ ਦੌਰਾਨ ਬਾਬਾ ਸ਼੍ਰੀ ਚੰਦ ਜੀ ਨੇ ਬੇਬੇ ਨਾਨਕੀ ਦੇ ਹਰੇਕ ਸਵਾਲਾਂ ਦੇ ਜਵਾਬ ਜਿਹੜੇ ਸੀ ਬਿਨਾਂ ਬੋਲਣ ਤੋਂ ਬਿਨਾਂ ਕਹਿਣ ਤੋਂ ਜਿਹੜੇ ਸੀ ਉਹ ਆਪ ਮੁਹਾਰੇ ਦਿੱਤੇ ਆ। ਅਤੇ ਫਿਰ ਬੇਬੇ ਨਾਨਕੀ ਜੀ ਦਾ ਅੰਦਰੋਂ ਜਿਹੜਾ ਭਰਮ ਦਾ ਮੋਹ ਸੀਗਾ ਉਹ ਇਸ ਤਰ੍ਹਾਂ ਜਿਹੜਾ ਸੀ ਉੱਡ ਗਿਆ, ਜਿਵੇਂ ਜਿਹੜੀਆਂ ਖੱਖੜੀਆਂ ਹੁੰਦੀਆਂ ਜਦ ਗਰਮੀ ਦੀ ਰੁੱਤ ਆਉਂਦੀ ਆ ਉਹ ਖੱਖੜੀਆਂ ਫਟਦੀਆਂ ਅਤੇ ਫਿਰ ਇਹ ਖੱਖੜੀਆਂ ਹਵਾ ਜਦ ਵਗਦੀ ਆ ਅਤੇ ਹਵਾ ਦੇ ਨਾਲ ਉੱਡ ਕੇ ਦੂਰ ਜਾਂਦੀਆਂ ਹੈਗੀਆਂ। ਅਤੇ ਇਸ ਤਰ੍ਹਾਂ ਫਿਰ ਬੇਬੇ ਨਾਨਕੀ ਜੀ ਦਾ ਜਿਹੜਾ ਇਹ ਮੋਹ ਦਾ ਸਾਰਾ ਜੋ ਗੰਢ ਸੀਗੀ ਉਹ ਖੁੱਲ੍ਹ ਗਈ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਤੀ ਜਿਹੜਾ ਸੀਗਾ ਉਹਨਾਂ ਦਾ ਸਨੇਹ ਹੋਰ ਵੀ ਵੱਧ ਗਿਆ ਅਤੇ ਉਹਨਾਂ ਨੂੰ ਧਰਵਾਸ ਮਿਲਿਆ। ਉਸ ਤੋਂ ਬਾਅਦ ਫਿਰ ਜਦ ਲਖਮੀ ਦਾਸ ਜੀ ਜਿਹੜੇ ਸੀਗੇ ਮਾਤਾ ਸੁਲੱਖਣੀ ਜੀ ਪਾਸ ਅਤੇ ਬੇਬੇ ਨਾਨਕੀ ਜੀ ਦੇ ਪਾਸ ਆਏ, ਫਿਰ ਉਸੇ ਤਰ੍ਹਾਂ ਬੇਬੇ ਨਾਨਕੀ ਜੀ ਨੇ ਛੋਟੇ ਬਾਲਕ ਲਖਮੀ ਦਾਸ ਜੀ ਨਾਲ ਬੜਾ ਲਾਡ ਕੀਤਾ ਅਤੇ ਫਿਰ ਦੋਨਾਂ ਨੂੰ ਆਪਣੇ ਪਾਸ ਬਿਠਾਇਆ ਅਤੇ ਫਿਰ ਬਿਠਾ ਕੇ ਆਪ ਵੀ ਜਿਹੜਾ ਘਰ ਦਾ ਖਾਣਾ ਪਾਣੀ ਜੋ ਬਣਿਆ ਸੀਗਾ
ਉਹ ਸਾਰਾ ਭੋਜਨ ਛਕਿਆ ਤੇ ਇਹਨਾਂ ਬੱਚਿਆਂ ਨੂੰ ਆਪ ਬੇਬੇ ਨਾਨਕੀ ਜੀ ਨੇ ਹੱਥੀਂ ਛਕਾਇਆ। ਇਸ ਤਰ੍ਹਾਂ ਬੇਬੇ ਨਾਨਕੀ ਜਿਹੜੇ ਸੀਗੇ ਉਹ ਆਪਣੇ ਇਸ ਪਰਿਵਾਰ ਦੇ ਵਿੱਚ ਪੱਖੋਂ ਕੀ ਜਦ ਪਹੁੰਚੇ ਸੀਗੇ ਤੇ ਫਿਰ ਭਾਈ ਮੂਲ ਚੰਦ ਜੀ ਤੇ ਇਹਨਾਂ ਦੇ ਨਾਨਾ ਜੀ ਤੇ ਭਾਈ ਜੈ ਰਾਮ ਜੀ ਇਹਨਾਂ ਨੇ ਆਪਸ ਵਿੱਚ ਜਿਹੜੀਆਂ ਸੀਗੀਆਂ ਬਹੁਤ ਸਾਰੀਆਂ ਦੁਨਿਆਵੀ ਗੱਲਾਂ ਜਿਹੜੀਆਂ ਕੀਤੀਆਂ, ਕਈ ਵਪਾਰ ਦੀਆਂ ਗੱਲਾਂ ਕੀਤੀਆਂ, ਕਈ ਸਾਂਝ ਦੀਆਂ ਗੱਲਾਂ ਕੀਤੀਆਂ। ਇਸ ਤਰ੍ਹਾਂ ਘਰ ਦੇ ਵਿੱਚ ਬੜਾ ਖੁਸ਼ੀ ਤੇ ਮੰਗਲ ਚੱਲਦਾ ਰਿਹਾ ਤੇ ਇਸ ਤਰ੍ਹਾਂ ਬੇਬੇ ਨਾਨਕੀ ਜੀ ਕੁਛ ਦਿਨ ਆਪਣੇ ਪਤੀ ਦੇ ਨਾਲ ਇਸ ਪੱਖੋਂ ਕੀ ਘਰ ਦੇ ਵਿੱਚ ਰਹਿ ਕੇ ਫਿਰ ਵਾਪਸ ਜਿਹੜੇ ਸੀਗੇ ਉੱਥੇ ਆਪਣੇ ਸੁਲਤਾਨਪੁਰ ਚਾਲੇ ਪੈਣ ਦੀ ਸੋਚਣ ਲੱਗੇ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।